ਅੱਗੇ ਪੜ੍ਹਦੇ ਹਾਂ ਜੀ। ਦ ਸ਼ੇਡਡ ਏਰੀਆ ਇਨ ਦ ਅਬਵ ਮੈਪ ਸ਼ੋਜ਼ ਦ ਅੰਪਾਇਰ ਆਫ। ਆ ਇੱਕ ਮੈਪ ਦਿੱਤਾ ਜੀ। ਇਹ ਪੁੱਛਿਆ ਗਿਆ ਵੀ ਇਹ ਕਿਹਦਾ ਸਾਮਰਾਜ ਆ, ਕਿਹਦਾ ਅੰਪਾਇਰ ਆ। ਅਲਾਉਦੀਨ ਖਲਜੀ ਦਾ, ਮੁਹੰਮਦ ਤੁਗਲਕ ਦਾ, ਸ਼ਾਹਜਹਾਂ ਦਾ ਜਾਂ ਔਰੰਗਜ਼ੇਬ ਦਾ। ਹੁਣ ਸਾਨੂੰ ਨਾ ਇਹ ਪਤਾ ਕਰਨਾ ਔਖਾ ਆ, ਤੁੱਕਾ ਮਾਰਾਂਗੇ ਤਾਂ ਗਲਤ ਹੋ ਸਕਦਾ, ਪਰ ਫਿਰ ਵੀ ਅਸੀਂ ਨਾ ਥੋੜ੍ਹਾ ਜਿਹਾ ਤੁੱਕਾ ਮਾਰਨ ਦੀ ਗੱਲ ਕਰਦੇ ਹਾਂ। ਦੇਖੋ, ਇਸ ਤਰ੍ਹਾਂ ਇੱਕ ਪਹਿਲਾਂ ਮੈਪ ਦਿੱਤਾ ਗਿਆ ਸੀ ਅਤੇ ਉਹ ਇੱਥੇ ਕੁ ਤੱਕ ਸੀ ਅਤੇ ਸਾਨੂੰ ਪਤਾ ਸੀ ਕਿ ਜਿਹੜਾ ਆਪਣਾ ਪਾਂਡਿਆ, ਅਚੋਲ, ਪਾਂਡਿਆ ਅਤੇ ਚੇਰਾ, ਇਹ ਆਪਣੇ ਅਸ਼ੋਕਾ ਦੇ ਅੰਪਾਇਰ ਵਿੱਚ ਨਹੀਂ ਸੀ, ਕਿਉਂਕਿ ਸਿੱਧੀ ਗੱਲ ਲਿਖੀ ਸੀ ਸ਼ਿਲਾ ਲੇਖਾਂ ਵਿੱਚ ਵੀ ਆਹ ਸਟੇਟ ਬਾਉਂਡਰੀ ਸਟੇਟ ਕੰਸਟੀਟਿਊਟ ਕਰਦੇ ਆ, ਅਤੇ ਉੱਥੋਂ ਆਪਾਂ ਤੁੱਕਾ ਮਾਰ ਕੇ ਇਹ ਕੱਢ ਲਿਆ ਸੀ ਆਨਸਰ ਵੀ ਹਾਂ ਵੀ ਇਹ ਅਸ਼ੋਕ ਦਾ ਰਾਜ ਆ। ਹੁਣ ਗੱਲ ਆ ਰਹੀ ਹੈ ਜੀ ਮੱਧਕਾਲੀਨ ਭਾਰਤ ਦੀ। ਦੇਖੋ, ਤੁਗਲਕ ਦਾ ਵੀ ਹੋ ਸਕਦਾ, ਖਲਜੀ ਦਾ ਵੀ ਹੋ ਸਕਦਾ, ਪਰ ਸਾਨੂੰ ਇੰਨਾ ਪਤਾ ਕਿ ਔਰੰਗਜ਼ੇਬ ਬੀਜਾਪੁਰ ਅਤੇ ਗੋਲਕੋਂਡਾ ਉੱਤੇ ਅਟੈਕ ਕਰਨਾ ਚਾਹੁੰਦਾ ਸੀ। ਇੱਥੇ ਸ਼ੀਆ ਰਾਜਿਆਂ ਦਾ ਰਾਜ ਸੀ ਅਤੇ ਔਰੰਗਜ਼ੇਬ ਸੁੰਨੀ ਸੀ, ਤਾਂ ਫਿਰ ਔਰੰਗਜ਼ੇਬ ਨੇ ਅਟੈਕ ਕਰਕੇ ਕਾਫੀ ਖਰਚਾ ਹੋਇਆ, ਕਾਫੀ ਨੁਕਸਾਨ ਹੋਇਆ ਔਰੰਗਜ਼ੇਬ ਦਾ ਵੀ, ਪਰ ਉਸਨੇ ਬੀਜਾਪੁਰ ਅਤੇ ਗੋਲਕੋਂਡਾ ਨੂੰ ਆਪਣੇ ਅਧੀਨ ਕਰ ਲਿਆ ਸੀ। ਕਹਿਣ ਦਾ ਭਾਵ ਵੀ ਔਰੰਗਜ਼ੇਬ ਤੋਂ ਪਹਿਲਾਂ ਇਹ ਵਾਲੇ ਰਾਜ ਮੁਗਲ ਸ਼ਾਸਨ ਵਿੱਚ ਨਹੀਂ ਸੀ। ਤਾਂ ਇਸ ਹਿਸਾਬ ਨਾਲ ਇੱਕ ਤੁੱਕਾ ਵੱਜਦਾ ਜੀ ਸ਼ਾਹਜਹਾਂ। ਇਹ ਓਬਵੀਅਸਲੀ ਪ੍ਰੋਬੇਬਲੀ ਸ਼ਾਹਜਹਾਂ ਦਾ ਖੇਤਰ ਹੋਵੇਗਾ। ਇਸ ਤੋਂ ਬਾਅਦ ਔਰੰਗਜ਼ੇਬ ਨੇ ਇਹ ਬੀਜਾਪੁਰ ਅਤੇ ਗੋਲਕੋਂਡਾ ਵੀ ਆਪਣੇ ਅੰਡਰ ਕਰ ਲਿਆ, ਅਤੇ ਆਨਸਰ ਵੀ ਸ਼ਾਹਜਹਾਂ ਹੀ ਹੈ ਜੀ। ਜੇ ਨਹੀਂ ਆਉਂਦਾ ਤਾਂ ਛੱਡ ਕੇ ਆਉਣਾ। Who among the following was the first Bhakti saint to use Hindi for the propagation of his message? ਉਹ ਕਿਹੜਾ ਪਹਿਲਾ ਭਗਤੀ ਕਾਲ ਦਾ ਸੰਤ ਸੀ ਜਿਹਨੇ ਹਿੰਦੀ ਭਾਸ਼ਾ ਦਾ ਯੂਜ਼ ਕੀਤਾ, ਆਪਣਾ ਸੰਦੇਸ਼ ਲੋਕਾਂ ਨੂੰ ਦੇਣ ਲਈ ਹਿੰਦੀ ਭਾਸ਼ਾ ਦਾ ਪ੍ਰਯੋਗ ਕੀਤਾ? ਇਹ ਹੈ ਜੀ ਰਾਮਾਨੰਦ ਸੀ ਇਹ, ਰਾਮਾਨੰਦ। ਅੱਗੇ ਦੇਖਦੇ ਹਾਂ। ਦੇਖੋ, ਕਬੀਰ ਜੀ ਤਾਂ ਨਹੀਂ ਹੋ ਸਕਦੇ ਕਿਉਂਕਿ ਕਬੀਰ ਜੀ ਰਾਮਾਨੰਦ ਜੀ ਦੇ ਹੀ ਕਹਿੰਦੇ ਚੇਲੇ ਹੈ, ਸੋ ਕਾਲ ਜੋ ਕਿਹਾ ਜਾਂਦਾ, ਪਰ ਆਨਸਰ ਹੈ ਰਾਮਾਨੰਦ। ਵਿਦ ਰੈਫਰੈਂਸ ਟੂ ਮਿਡਾਈਵਲ ਇੰਡੀਅਨ ਰੂਲਰਸ, ਮੱਧਕਾਲੀਨ ਭਾਰਤੀ ਸ਼ਾਸਕਾਂ ਦੀ ਗੱਲ ਹੋ ਰਹੀ ਹੈ। ਵਿਚ ਵਨ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਕਰੈਕਟ? ਕਰੈਕਟ ਕਿਹੜਾ? ਅਲਾਉਦੀਨ ਖਲਜੀ ਫਸਟ ਸੈਟ ਅਪ ਏ ਸੈਪਰੇਟ ਅਰੀਜ਼ ਡਿਪਾਰਟਮੈਂਟ ਉਹਨੂੰ ਸਥਾਪਿਤ ਕੀਤਾ। ਇਹ ਡਿਪਾਰਟਮੈਂਟਾਂ ਉੱਤੇ ਪਹਿਲਾ ਪ੍ਰਸ਼ਨ ਵੀ ਆਇਆ ਆ। ਇਹਦਾ ਮਤਲਬ ਸਾਨੂੰ ਪਤਾ ਹੋਣਾ ਚਾਹੀਦਾ ਆ ਅਲੱਗ ਅਲੱਗ ਡਿਪਾਰਟਮੈਂਟਾਂ ਦਾ, ਮੇਨ ਗੱਲਾਂ ਦਾ, ਹੈ ਨਾ, ਪਤਾ ਹੋਣਾ ਚਾਹੀਦਾ। ਘੋੜਿਆਂ ਉੱਤੇ ਬ੍ਰੈਂਡਿੰਗ ਕੌਣ ਲੈ ਕੇ ਆਇਆ? ਬਲਬਨ ਇੰਟਰੋਡਿਊਸ ਦਾ ਬ੍ਰੈਂਡਿੰਗ ਆਫ ਹੋਰਸਸ ਇਨ ਹਿਜ਼ ਮਿਲਟਰੀ। ਬਲਬਨ, ਹੁਣ ਐਗਜ਼ੈਕਟ ਨਹੀਂ ਸਾਨੂੰ ਪਤਾ ਹੁੰਦਾ ਜੀ ਕਿ ਇਹਨੇ ਹੀ ਇੰਟਰੋਡਿਊਸ ਕੀਤਾ। ਠੀਕ, ਜਦੋਂ ਐਗਜ਼ੈਕਟ ਨਾ ਪਤਾ ਹੋਵੇ ਤਾਂ ਉਹਨੂੰ ਸ਼ੱਕ ਦੇ ਘੇਰੇ ਵਿੱਚ ਹੀ ਰੱਖਣਾ, ਸਾਨੂੰ ਨਹੀਂ ਪਤਾ, ਇਹ ਗਲਤ ਹੀ ਹੋਣਾ ਆ। ਮੁਹੰਮਦ ਬਿਨ ਤੁਗਲਕ ਵਾਜ਼ ਸਕਸੀਡਡ ਬਾਏ ਹਿਜ਼ ਅੰਕਲ ਟੂ ਦਾ ਮਿਲਟਰੀ। ਮੁਹੰਮਦ ਬਿਨ ਤੁਗਲਕ ਤੋਂ ਬਾਅਦ ਉਹਦਾ ਚਾਚਾ ਆ ਗਿਆ, ਸਾਨੂੰ ਐਗਜ਼ੈਕਟ ਨਹੀਂ ਪਤਾ। ਫਿਰੋਜ਼ ਤੁਗਲਕ ਸੈਟ ਅਪ ਏ ਸੈਪਰੇਟ ਡਿਪਾਰਟਮੈਂਟ ਆਫ ਸਲੇਵਸ। ਇਹ ਆਪਾਂ ਪਿਛਲੇ ਪ੍ਰਸ਼ਨਾਂ 'ਚ ਪੜ੍ਹਿਆ ਜੀ। ਡਿਪਾਰਟਮੈਂਟ ਆਫ ਬੰਦਾਗਣ, ਦੀਵਾਨ ਏ ਬੰਦਾਗਣ, ਕੁਛ ਇਸ ਤਰ੍ਹਾਂ ਦਾ ਸੀ, ਤਾਂ ਫਿਰੋਜ਼ ਤੁਗਲਕ ਨੇ ਹੀ ਸਥਾਪਿਤ ਕੀਤਾ ਸੀ। ਪੁਰਾਣੇ ਪ੍ਰਸ਼ਨ ਪੜ੍ਹੇ ਹੋਣਗੇ, ਤੁਹਾਨੂੰ ਯਾਦ ਹੋ ਜਾਏਗਾ। ਆਨਸਰ ਹੈ ਜੀ ਡੀ। ਹੁਣ ਅਸੀਂ ਬਾਕੀ ਵੀ ਪੜ੍ਹ ਲੈਂਦੇ ਹਾਂ ਜੀ। ਫਿਰੋਜ਼ ਤੁਗਲਕ ਸੈਟ ਅਪ ਏ ਸੈਪਰੇਟ ਡਿਪਾਰਟਮੈਂਟ ਆਫ ਸਲੇਵਸ ਨੋਨ ਐਜ਼ ਦੀਵਾਨ ਏ ਬੰਦਾਗਣ। ਠੀਕ ਹੈ ਜੀ। ਮੁਹੰਮਦ ਬਿਨ ਤੁਗਲਕ ਵਾਜ਼ ਸਕਸੀਡਡ ਬਾਏ ਹਿਜ਼ ਕਜ਼ਨ। ਮੁਹੰਮਦ ਬਿਨ ਤੁਗਲਕ ਤੋਂ ਬਾਅਦ ਉਹਦਾ ਕਜ਼ਨ ਆਇਆ ਸੀ ਜੀ, ਨੋਟ ਅੰਕਲ। ਫਿਰੋਜ਼ ਤੁਗਲਕ ਮੁਹੰਮਦ ਬਿਨ ਤੁਗਲਕ ਦਾ ਕਜ਼ਨ ਸੀ। ਅਲਾਉਦੀਨ ਖਲਜੀ ਇੰਟਰੋਡਿਊਸ ਦਾ ਬ੍ਰੈਂਡਿੰਗ ਸਿਸਟਮ ਆਫ ਹੋਰਸਸ ਇਨ ਹਿਜ਼ ਮਿਲਟਰੀ। ਉਸਨੇ ਹੋਰਸਸ, ਘੋੜਿਆਂ ਦੀ ਬ੍ਰੈਂਡਿੰਗ ਸਿਸਟਮ ਇੰਟਰੋਡਿਊਸ ਕੀਤੀ। ਇਹ ਕਾਫੀ ਅਸੀਂ ਜਦੋਂ ਪੜ੍ਹਿਆ ਹੋਊਗਾ ਤੁਸੀਂ ਮਿਡਾਈਵਲ ਹਿਸਟਰੀ ਵਿੱਚ ਅਲਾਉਦੀਨ ਖਲਜੀ ਦੇ ਰਿਫੋਰਮ, ਤਾਂ ਉਹਦੇ ਵਿੱਚ ਇੱਕ ਇਹ ਵੀ ਸੀਗਾ ਕਿ ਘੋੜਿਆਂ ਦੀ ਬ੍ਰੈਂਡਿੰਗ ਕਰੋ ਤਾਂ ਕਿ ਘੋੜਿਆਂ ਉੱਤੇ ਨਿਸ਼ਾਨ ਲਾ ਦਿਓ ਜੀ ਸਾਡੇ ਤੋਂ ਕਿੰਨੇ ਘੋੜੇ ਆ, ਤਾਂ ਕਿ ਘੋੜਿਆਂ ਦੀ ਇੰਟਰਮਿਕਸਿੰਗ ਨਾ ਹੋ ਪਾਏ, ਧੋਖਾਧੜੀਆਂ ਨਾ ਹੋ ਪਾਉਣ, ਸਿਸਟਮ ਸਹੀ ਢੰਗ ਨਾਲ ਚੱਲੇ। ਆਹ ਘੋੜਾ ਇੰਨੇ ਨੰਬਰ ਦਾ ਆ, ਆਹ ਘੋੜਾ ਇੰਨੇ ਨੰਬਰ ਦਾ ਆ, ਪ੍ਰੋਪਰ ਸੰਖਿਆ ਮੇਨਟੇਨ ਰਵੇ। ਇਹ ਅਲਾਉਦੀਨ ਖਲਜੀ ਨੇ ਇੰਟਰੋਡਿਊਸ ਕੀਤਾ ਸੀਗਾ।
ਇਹ ਤੁਸੀਂ ਪੜ੍ਹ ਲੈਣੇ, ਯਾਦ ਕਰ ਲੈਣੇ ਇਹ ਜੀ। ਅੱਗੇ ਦੇਖੋ, ਦ ਮੋਟਿਵ ਬਿਹਾइंड ਸ਼ਾਹਜਹਾਨਸ ਬਲਕ ਕੰਪੇਨ ਵਾਸ ਟੂ, ਸ਼ਾਹਜਹਾਂ ਬਲਕ ਵੱਲ ਨੂੰ ਲੈ ਕੇ ਗਿਆ ਸੀ ਫੌਜਾਂ, ਉੱਤਰੀ ਅਫਗਾਨਿਸਤਾਨ ਆ ਬਲਕ, ਤੇ ਉਹਦਾ ਕੀ ਮੋਟਿਵ ਸੀਗਾ? ਸਿਕਿਉਰ ਏ ਫਰੈਂਡਲੀ ਰੂਲਰ ਇਨ ਬਲਕ ਐਂਡ ਬਦਖਸ਼ਾਨ which bordered Kabul, conquer Samarkand and Fargana, fix the Mughal frontier on the scientific line, expand the Mughal empire beyond subcontinent, subcontinent ਭਾਵ ਭਾਰਤ ਦਾ ਜੋ ਏਰੀਆ ਉਸ ਤੋਂ ਬਾਹਰ ਤੱਕ ਵੀ ਆਪਣਾ ਰਾਜ ਲੈ ਜਾਓ। ਫਰੈਂਡਲੀ ਰੂਲਰ ਹੈ ਨਾ, ਸਿਕਿਉਰ ਏ ਫਰੈਂਡਲੀ ਰੂਲਰ ਇਨ ਬਲਕ ਐਂਡ ਬਦਖਸ਼ਾਨ, ਸਮਰਕੰਦ ਨੂੰ ਕੌਂਕਰ ਕਰਨਾ, ਫਿਕਸ ਦਾ ਮੁਗਲ ਫਰੰਟਾਇਰ ਔਨ ਦ ਸਾਇੰਟੀਫਿਕ ਲਾਈਨ ਦੀ ਆਮੂ ਦਰੀਆ। ਥੋੜਾ ਕੰਪਲੈਕਸ ਆ, ਆਪਾਂ ਆਨਸਰ ਪੜ੍ਹ ਲਈਏ। ਇਹ ਆ ਜੀ, ਇਹ ਆ ਸ਼ਾਹਜਹਾਂ ਦੀ ਮੱਧ ਏਸ਼ੀਆ ਵਿੱਚ ਬਲਕ ਅਤੇ ਬਦਖਸ਼ਨ ਮੁਹਿੰਮ ਦੇ ਪਿੱਛੇ ਮੇਨ ਉਦੇਸ਼ ਸੀ ਉੱਤਰ ਪੱਛਮੀ ਭਾਰਤ ਦੀ ਰੱਖਿਆ ਨੂੰ ਸੁਰੱਖਿਅਤ ਕਰਨਾ। ਠੀਕ ਹੈ ਨਾ, ਉੱਤਰ ਪੱਛਮ ਭਾਰਤ। ਦੇਖੋ ਜੇ ਆਪਾਂ ਇਹ ਏਰੀਆ ਆਪਣੇ ਅੰਦਰ ਲੈ ਲੈਂਦਾ ਉਹ, ਇਹਦਾ ਮਤਲਬ ਹੁਣ ਨਾਰਥ ਵੈਸਟ ਤੋਂ ਹੋਰ ਅਟੈਕ ਨਹੀਂ ਹੋ ਸਕਦੇ ਸੀ, ਤੇ ਇਹ ਏਰੀਆ ਅੰਡਰ ਲੈ ਕੇ ਤਾਂ ਉੱਥੇ ਇੱਕ ਫਰੈਂਡਲੀ ਰੂਲਰ ਬਿਠਾ ਦੇਣਾ ਸੀਗਾ, ਤੇ ਤਾਂ ਕਿ ਸਾਡਾ ਉੱਤਰ ਪੱਛਮ ਤੋਂ ਕੀ ਹੋ ਜਾਏ, ਕੋਈ ਬਹੁਤੇ ਅਟੈਕ ਨਾ ਹੋਣ। ਇਹ ਆਨਸਰ ਹੈ ਜੀ। ਦੇਖੋ ਜੀ, ਅਸਰਸ਼ਨ ਆ, ਮੁਹੰਮਦ ਬਿਨ ਤੁਗਲਕ ਲੈਫਟ ਦਿੱਲੀ, ਹੁਣ ਦਿੱਲੀ ਛੱਡਤੀ, ਐਂਡ ਫॉर 2 years ਲਿਵਡ ਇਨ ਏ ਕੈਂਪ ਕਾਲਡ ਸਵਰਗ ਦਵਾਰੀ। ਸਵਰਗ ਦਵਾਰੀ 2 ਸਾਲ ਤੱਕ ਇੱਕ ਕੈਂਪ ਜਿਹਨੂੰ ਕਹਿੰਦੇ ਆ ਸਵਰਗ ਦਵਾਰੀ, ਉਸ ਵਿੱਚ ਰਿਹਾ ਸੀ। ਇਹ ਗੱਲ ਸਹੀ ਆ, ਇਹ ਸਹੀ ਆ। ਐਟ ਦੈਟ ਟਾਈਮ ਦਿੱਲੀ ਵਾਜ਼ ਰੈਵਿਸਡ ਬਾਈ ਪਲੇਗ ਐਂਡ ਮੈਨੀ ਪੀਪਲ ਡਾਈਡ। ਦਿੱਲੀ 'ਤੇ ਪਲੇਗ ਫੈਲ ਗਿਆ ਸੀ ਤੇ ਬਹੁਤ ਲੋਕ ਮਰ ਗਏ ਸੀ। ਠੀਕ, ਇਹ ਗੱਲ ਸਹੀ ਹੈ ਜੀ, ਇਹੀ ਕਾਰਨ ਸੀ ਇੱਕ ਮੇਨ। ਇਹ ਆਨਸਰ ਹੈ ਜੀ। both A and R are individually true and R is the correct explanation of A। ਪੜ੍ਹਦੇ ਹਾਂ ਜੀ। ਅਲਾਉਦੀਨ ਖਲਜੀ ਵਾਂਗ ਮੁਹੰਮਦ ਬਿਨ ਤੁਗਲਕ ਨੇ ਵੀ ਖੇਤੀ ਪ੍ਰਬੰਧ ਵਿੱਚ ਬਦਲਾਅ ਲਿਆਉਣ ਦੀ ਕੋਸ਼ਿਸ਼ ਕੀਤੀ। ਇਹਨੇ ਕੀ ਕੀਤਾ, ਰਿਫੋਰਮਸ ਕਾਫੀ ਲੈ ਕੇ ਆਇਆ ਖੇਤੀ ਵਿੱਚ ਵੀ, ਤਾਂ ਕਿ ਪਤਾ ਲੱਗੇ ਕਿੱਥੋਂ ਕਿੰਨੀ ਜ਼ਮੀਨ ਆ, ਕਿਹਦੀ ਕਿੰਨੀ ਆਮਦਨ ਆ, ਤਾਂ ਕਿ ਉਹਨੇ ਟੈਕਸ ਲਏ ਜਾਣ। ਪਰ ਇਹਨਾਂ ਕੀ ਹੋਇਆ, ਜਨਤਾ ਦੇ ਟੈਕਸ ਵੱਧ ਗਏ। ਫਿਰ ਜਨਤਾ ਨਾ ਦੂਰ ਜੰਗਲਾਂ ਵੱਲ ਜਾਣ ਲੱਗ ਗਈ, ਤਾਂ ਕਿ ਮੇਨ ਪ੍ਰਸ਼ਾਸਨ ਤੋਂ ਦੂਰ ਹੋ ਕੇ ਕਿਤੇ ਆਪਣਾ ਮਰਜ਼ੀ ਨਾਲ ਖੇਤੀ ਕਰਨ, ਤਾਂ ਕਿ ਟੈਕਸ ਨਾ ਦੇਣੇ ਪੈਣ। ਇਹ ਵੀ ਤੁਸੀਂ ਯਾਦ ਰੱਖਿਓ, ਮੱਧਕਾਲੀਨ ਭਾਰਤ ਵਿੱਚ ਜ਼ਮੀਨਾਂ ਦੂਰ ਪਾਰ ਸੀਗੀਆਂ, ਤੇ ਮਤਲਬ ਬੰਦਾ ਚਾਹੁੰਦਾ ਤਾਂ ਦੂਰ ਜਾ ਕੇ ਕਿਤੇ ਮੇਨ ਸੈਂਟਰਲ ਐਡਮਿਨਿਸਟ੍ਰੇਸ਼ਨ ਤੋਂ ਦੂਰ ਜਾ ਕੇ ਕਿਤੇ ਖੇਤੀ ਕਰ ਸਕਦਾ ਸੀ। ਇਹ ਤੁਸੀਂ NCERT ਵਿੱਚ ਪੜ੍ਹੋਗੇ, ਇਹ ਗੱਲਾਂ ਲਿਖੀਆਂ ਆ। ਕੁਝ ਇਤਿਹਾਸਕਾਰ ਦੱਸਦੇ ਹਨ ਕਿ ਉਸਨੇ ਇੱਕ ਬਹੁਤ ਜ਼ਿਆਦਾ ਮੁਲਾਂਕਣ ਕੀਤਾ, ਵੀ ਉਸਨੇ ਵੈਲਿਊਏਸ਼ਨ ਜ਼ਿਆਦਾ ਕਰ ਲਈ, ਵੀ ਇੰਨਾ ਟੈਕਸ ਜ਼ਿਆਦਾ ਵੱਧ ਗਿਆ, ਵੈਲਿਊਏਸ਼ਨ ਜ਼ਮੀਨਾਂ ਦੀ ਜ਼ਿਆਦਾ ਕਰ ਲਈ, ਆਮਦਨੀ ਦੀ ਵੈਲਿਊਏਸ਼ਨ ਮੁਲਾਂਕਣ ਜ਼ਿਆਦਾ ਕਰ ਲਿਆ, ਵੀ ਇੰਨੀ ਜ਼ਿਆਦਾ ਆਮਦਨੀ ਆ ਤੁਹਾਡੀ ਖੇਤਾਂ 'ਚੋਂ, ਅਤੇ ਉਹਨੂੰ ਉਸ ਹਿਸਾਬ ਨਾਲ ਟੈਕਸ ਵੀ ਜ਼ਿਆਦਾ ਲਾ ਤਾ, ਜਿਸ ਕਾਰਨ ਬਹੁਤ ਸਾਰੇ ਕਿਸਾਨ ਖੇਤਰ ਤੋਂ ਭੱਜ ਗਏ, ਪਰ ਰਾਜਾਂ ਦਾ ਹਿੱਸਾ ਅੱਧਾ ਰਹਿ ਗਿਆ। ਠੀਕ ਹੈ ਨਾ, ਇਹ ਵੀ ਘੱਟ ਗਿਆ। ਇਸ ਸਮੇਂ ਵਿੱਚ ਇੱਕ ਭਿਆਨਕ ਅਕਾਲ ਨੇ ਸਥਿਤੀ ਨੂੰ ਹੋਰ ਵਿਗਾੜ ਦਿੱਤਾ, ਅਕਾਲ ਪੈ ਗਿਆ। ਮੁਹੰਮਦ ਬਿਨ ਤੁਗਲਕ ਨੇ ਪ੍ਰਭਾਵਿਤ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ ਅਤੇ ਖੇਤੀ ਨੂੰ ਸੁਧਾਰਨ ਅਤੇ ਵਧਾਉਣ ਦੇ ਯਤਨ ਵੀ ਕੀਤੇ। ਸੁਲਤਾਨ ਨੇ ਦਿੱਲੀ ਛੱਡ ਦਿੱਤਾ ਅਤੇ ਕਨੌਜ ਦੇ ਨੇੜੇ ਸਵਰਗ ਦਵਾਰੀ ਨਾਮਕ ਇੱਕ ਕੈਂਪ ਵਿੱਚ ਉਹ ਰਿਹਾ, 2 ਸਾਲ ਰਿਹਾ। ਇਸਨੇ ਦੀਵਾਨ-ਏ ਅਮੀਰ ਏ ਕੋਹੀ ਨਾਂ ਦਾ ਇੱਕ ਵੱਖਰਾ ਵਿਭਾਗ ਵੀ ਸਥਾਪਿਤ ਕੀਤਾ, ਜਿਸ ਦਾ ਕੀ ਕੰਮ ਸੀ, ਕਰਜ਼ੇ ਦੇ ਕੇ ਖੇਤੀ ਨੂੰ ਵਧਾਉਣਾ ਸੀ। ਆ ਵੀ ਗੱਲ ਆ ਜਾਂਦੀ ਜੀ। ਦੀਵਾਨ ਏ ਅਮੀਰ ਏ ਕੋਹੀ, ਇਹ ਡਿਪਾਰਟਮੈਂਟ ਕਿਹਨੇ ਸਥਾਪਿਤ ਕੀਤਾ? ਮੁਹੰਮਦ ਬਿਨ ਤੁਗਲਕ ਨੇ। ਕਿਉਂ, ਕਿਹਦੇ ਲਈ? ਤਾਂ ਕਿ ਕਿਸਾਨਾਂ ਨੂੰ ਕਰਜ਼ਾ ਦਿੱਤਾ ਜਾ ਸਕੇ, ਤੇ ਕਿਸਾਨਾਂ ਕੋਲ ਪੈਸਾ ਆਏਗਾ ਤੇ ਉਹ ਫਿਰ ਵਧੀਆ ਖੇਤੀ ਕਰਨਗੇ, ਇਨਪੁਟ ਵਧੀਆ ਦੇਣਗੇ, ਖੇਤੀ ਨੂੰ ਵਧਾਵਾ ਮਿਲੇਗਾ। ਇਹ ਗੱਲਾਂ ਹੋਈਆਂ। ਅਗਲਾ ਦੇਖੋ ਜੀ, ਹਿਸਟੋਰੀਅਨ ਬਰਾਨੀ ਇੱਕ ਇਤਿਹਾਸਕਾਰ ਆ, ਰਿਫਿਊਜ਼ਡ ਟੂ ਕੰਸੀਡਰ ਦਾ ਸਟੇਟ ਇਨ ਇੰਡੀਆ ਅੰਡਰ ਦਿੱਲੀ ਸੁਲਤਾਨਸ ਐਜ਼ ਟਰੂਲੀ ਇਸਲਾਮਿਕ। ਉਹ ਕਹਿੰਦਾ ਕਿ
ਦਿੱਲੀ ਦੇ ਸੁਲਤਾਨਾਂ ਦੇ ਅੰਦਰ ਜਿਹੜਾ ਰਾਜ ਸੀ ਉਹ ਸਹੀ ਮਾਇਨੇ ਵਿੱਚ ਇਸਲਾਮਿਕ ਨਹੀਂ ਸੀ। ਇਹਦਾ ਕਾਰਨ ਦੱਸੋ। ਬਰਾਨੀ ਨੇ ਕੀ ਕਿਹਾ? ਇਹਦਾ ਕਾਰਨ ਆ ਜੀ ਸੀ ਵੀ ਸੁਲਤਾਨ ਸਪਲੀਮੈਂਟਡ ਦਾ ਮੁਸਲਿਮ ਲਾਅ ਬਾਈ ਫਰੇਮਿੰਗ ਹਿਜ਼ ਓਨ ਰੈਗੂਲੇਸ਼ਨਸ, ਵੀ ਸਾਰਾ ਕੰਮ ਕਾਜ ਮੁਸਲਿਮ ਲਾਅ ਨਾਲ ਨਹੀਂ ਚੱਲਦਾ ਸੀ। ਸਿਰਫ ਤੇ ਸਿਰਫ ਮੁਸਲਿਮ ਲਾਅ ਨਾਲ ਚੱਲਦਾ ਹੁੰਦਾ ਤਾਂ ਉਹਨੂੰ ਅਸੀਂ ਟਰੂਲੀ ਇਸਲਾਮਿਕ ਸਟੇਟ ਕਹਿ ਸਕਦੇ ਸੀ। ਪਰ ਸੁਲਤਾਨ ਨੇ ਮੁਸਲਿਮ ਲਾਅ ਦੇ ਨਾਲ, ਮੁਸਲਿਮ ਕਾਨੂੰਨਾਂ ਦੇ ਨਾਲ ਨਾਲ ਆਪਣੇ ਕਾਨੂੰਨ ਵੀ ਬਣਾਏ ਹੋਏ ਸੀ, ਆਪਣੇ ਨਿਯਮ ਰੈਗੂਲੇਸ਼ਨ ਵੀ ਬਣਾਏ ਹੋਏ ਸੀ। ਇਸ ਕਰਕੇ ਇਹ ਟਰੂਲੀ ਇਸਲਾਮਿਕ ਨਹੀਂ ਸੀ। ਇਹ ਗੱਲ ਕੌਣ ਕਰਦਾ? ਬਰਾਨੀ। ਬਰਾਨੀ ਕੌਣ ਆ ਜੀ? ਜ਼ਿਆਉਦੀਨ ਬਰਾਨੀ was a contemporary of Muhammad Tughlaq and Firoz Tughlaq. He enjoyed the patronage of both the sultans. ਇਹ ਦੋਨਾਂ ਸੁਲਤਾਨਾਂ ਨੇ ਇਹਨੂੰ ਸਰਪ੍ਰਸਤੀ ਦਿੱਤੀ। He composed ਤਾਰਿਕ-ਏ-ਫਿਰੋਜ਼ ਸ਼ਾਹੀ and ਫਤਵਾ-ਏ-ਜਹੰਦਰੀ। ਠੀਕ ਹੈ ਜੀ, ਠੀਕ ਹੈ ਜੀ, ਆ ਪੜ੍ਹ ਲਓ ਜੀ। ਜ਼ਿਆਉਦੀਨ ਬਰਾਨੀ ਮੁਹੰਮਦ ਬਿਨ ਤੁਗਲਕ ਅਤੇ ਫਿਰੋਜ਼ ਤੁਗਲਕ ਦਾ ਸਮਕਾਲੀ ਸੀ। ਉਸਨੇ ਦੋਹਾਂ ਸੁਲਤਾਨਾਂ ਦੀ ਸਰਪ੍ਰਸਤੀ ਦਾ ਆਨੰਦ ਮਾਣਿਆ। ਉਸਨੇ ਤਾਰਿਕ-ਏ-ਫਿਰੋਜ਼ ਸ਼ਾਹੀ ਅਤੇ ਫਤਵਾ-ਏ-ਜਹੰਦਰੀ ਦੀ ਰਚਨਾ ਕੀਤੀ। ਅਗਲਾ ਪ੍ਰਸ਼ਨ ਦੇਖੋ ਜੀ। ਵਿਦ ਰੈਫਰੈਂਸ ਟੂ ਸੂਫੀਜ਼ਮ ਇਨ ਇੰਡੀਅਨ ਹਿਸਟਰੀ, ਸੂਫੀਜ਼ਮ ਦੀ ਗੱਲ ਹੋ ਰਹੀ ਜੀ, ਸੂਫੀਵਾਦ ਦੀ। ਕੰਸੀਡਰ ਦਾ ਫੋਲੋਇੰਗ ਸਟੇਟਮੈਂਟਸ। ਸ਼ੇਖ ਅਹਿਮਦ ਸਰਹੰਦੀ ਵਾਜ਼ ਏ ਕੰਟੈਂਪਰੇਰੀ ਆਫ ਇਬਰਾਹਿਮ ਲੋਧੀ। ਸ਼ੇਖ ਨਸੀਰੁद्दीन चिराग देहलवी was a disciple of Sheikh Nizamuddin Auliya. Aurangzeb was a contemporary of Sheikh Salim Chishti. Qadri order of Sufi was first introduced in India by Sheikh Niamatullah and Makhdoom Muhammad Jilani. ਇਹ ਸਾਰੇ ਫੈਕਚੁਅਲ ਆ ਜੀ, ਕੋਈ ਜ਼ਿਆਦਾ ਹੀ ਫੈਕਚੁਅਲ ਆ, ਤੇ ਮੈਂ ਹੁੰਦਾ ਤਾਂ ਮੈਂ ਛੱਡ ਕੇ ਆਉਣਾ ਸੀਗਾ, ਪਰ ਫਿਰ ਵੀ ਆਪਾਂ ਆਨਸਰ ਦੇਖ ਲੈਂਦੇ ਜੀ। ਆਨਸਰ ਹੈ ਡੀ। ਦੂਜਾ ਤੇ ਚੌਥਾ ਸਹੀ ਹੈ ਜੀ। ਸ਼ੇਖ ਨਸੀਰੁद्दीन चिराग देहलवी was a disciple of Sheikh Nizamuddin Auliya। ठीक है जी। Qadri order of Sufi was first introduced in India by Sheikh Niamatullah and Makhdoom Muhammad Jilani। ਆਨਸਰ ਹੈ ਜੀ ਡੀ। ਮੈਂ ਹੁੰਦਾ ਤਾਂ ਮੈਂ ਪ੍ਰਸ਼ਨ ਛੱਡ ਕੇ ਆਉਣਾ ਸੀਗਾ, ਪਰ ਫਿਰ ਵੀ ਅਸੀਂ ਉੱਤੋਂ ਇੱਕ ਵਾਰੀ ਪੜ੍ਹ ਲਈਏ। ਨਕਸ਼ਬੰਦੀ ਸੂਫੀਆਂ ਦਾ ਇੱਕ ਸੈਕਟ ਆ ਜੀ। ਨਕਸ਼ਬੰਦੀ ਕ੍ਰਮ ਦਾ ਸ਼ੇਖ ਅਹਿਮਦ ਸਰਹੰਦੀ ਅਕਬਰ ਅਤੇ ਜਹਾਂਗੀਰ ਦਾ ਸਮਕਾਲੀ ਸੀ। ਹੁਣ ਤੁਸੀਂ ਇੰਨਾ ਯਾਦ ਕਰ ਲਿਓ ਕਿ ਨਕਸ਼ਬੰਦੀ ਸ਼ੇਖ ਅਹਿਮਦ ਸਰਹੰਦੀ ਕਿਹੜੇ ਸੈਕਟ ਨਾਲ ਸੰਬੰਧਿਤ ਸੀ? ਨਕਸ਼ਬੰਦੀ। ਸੂਫੀਆਂ ਦਾ ਕਾਦਰੀ ਕ੍ਰਮ ਭਾਰਤ ਵਿੱਚ ਸਭ ਤੋਂ ਪਹਿਲਾਂ ਸ਼ੇਖ ਨਿਜ਼ਾਮੁਤੁੱਲਾ ਅਤੇ ਮਖਦੂਮ ਮੁਹੰਮਦ ਜਿਲਾਨੀ ਦੁਆਰਾ ਸ਼ੁਰੂ ਕੀਤਾ ਗਿਆ ਸੀ। ਸੂਫੀਆਂ ਦਾ ਕਾਦਰੀ ਕ੍ਰਮ, ਇਹ ਤੁਸੀਂ ਯਾਦ ਰੱਖਣਾ, ਪੰਜਾਬ ਵਿੱਚ ਜਿਹੜੇ ਜਨਰਲੀ ਸੂਫੀ ਆ ਨਾ, ਉਹ ਮੋਸਟਲੀ ਕਾਦਰੀ ਸਿਲਸਿਲੇ ਨਾਲ ਸੰਬੰਧਿਤ ਸੀ। ਕਾਦਰੀ ਤਾਂ ਇਹਨਾਂ ਦਾ ਪਹਿਲਾ ਸ਼ੇਖ ਨਿਜ਼ਾਮੁਤੁੱਲਾ ਜਾਂ ਮਖਦੂਮ, ਇਹ ਨਾਮ ਯਾਦ ਰੱਖਿਓ। ਮੁਹੰਮਦ ਜਿਲਾਨੀ ਦੁਆਰਾ ਸ਼ੁਰੂ ਕੀਤਾ ਗਿਆ ਸੀ। ਇਹ ਕੁਝ ਨਾਮ ਯਾਦ ਰੱਖਿਓ, ਪੜ੍ਹ ਲਿਓ ਇੱਕ ਦੋ ਵਾਰੀ। ਅੱਗੇ ਦੇਖਦੇ ਜੀ। ਅਸਰਸ਼ਨ ਆ ਐਮਪਰਰ ਅਕਬਰ ਮਾਰਚ ਟੁਵਾਰਡਸ ਅਫਗਾਨਿਸਤਾਨ ਇਨ 1581 ਵਿਦ ਏ ਹਿਊਜ ਆਰਮੀ। ਬਹੁਤ ਵੱਡਾ ਲਸ਼ਕਰ ਲੈ ਕੇ ਅਫਗਾਨਿਸਤਾਨ ਦੇ ਵੱਲ ਗਿਆ। He was on his way to reclaim his ancestral country of Fargana in Central Asia। ਕਿ ਇਹ ਕਾਰਨ ਆ ਕਿ ਉਹਦਾ ਜਿਹੜਾ ਪੈਤਰਿਕ ਦੇਸ਼ ਸੀਗਾ ਫਰਗਨਾ, ਸਾਨੂੰ ਪਤਾ ਕਿ ਬਾਬਰ ਫਰਗਨਾ ਤੋਂ ਆਇਆ ਸੀ। ਫਰਗਨਾ ਇਹ ਅਫਗਾਨਿਸਤਾਨ ਦੇ ਉੱਤੇ ਏਰੀਆ ਜੀ, ਸੈਂਟਰਲ ਏਸ਼ੀਆ ਵਿੱਚ। ਤੇ ਕਹਿੰਦਾ ਕਿ ਅਕਬਰ ਇੰਨਾ ਵੱਡਾ ਲਸ਼ਕਰ ਲੈ ਕੇ ਅਫਗਾਨਿਸਤਾਨ ਵੱਲ ਗਿਆ। ਠੀਕ ਹੈ ਜੀ, ਇਹ ਗੱਲ ਸਹੀ ਆ, ਉਹ ਗਿਆ ਸੀ ਜੀ। ਹੁਣ ਕਾਰਨ ਕੀ ਇਹ ਆ ਕਿ ਉਹ ਆਪਣਾ ਪੈਤਰਿਕ ਜਿਹੜਾ ਉਹਦਾ ਦੇਸ਼ ਆ ਉਹਨੂੰ ਰੀਕਲੇਮ ਕਰਨ ਲਈ, ਉਹਨੂੰ ਜਿੱਤਣ ਲਈ, ਉਹਨੂੰ ਦੁਬਾਰਾ ਹਾਸਲ ਕਰਨ ਲਈ ਗਿਆ ਸੀ ਜੀ। ਸੈਂਟਰਲ ਏਸ਼ੀਆ ਫਰਗਨਾ ਏਰੀਆ ਸੀ ਜਿਹੜਾ। ਦੂਸਰਾ ਸਹੀ ਨਹੀਂ ਰੀਜ਼ਨ ਹੈਗਾ, ਦੂਸਰਾ ਰੀਜ਼ਨ ਸਹੀ ਨਹੀਂ ਹੈਗਾ। ਆਨਸਰ ਹੋ ਜਾਣਾ ਜੀ ਏ ਇਜ਼ ਟਰੂ ਤੇ ਆਰ ਇਜ਼ ਫਾਲਸ। ਅਸੀਂ ਪੜ੍ਹ ਲੈਂਦੇ ਹਾਂ। ਦੇਖੋ, ਅਕਬਰ ਨੇ 1581 ਵਿੱਚ ਆਪਣੇ ਰਾਜ ਦਾ ਵਿਸਤਾਰ ਕਰਨ ਲਈ ਕਾਬੁਲ ਨੂੰ ਜਿੱਤਣ ਲਈ ਅਫਗਾਨਿਸਤਾਨ ਵੱਲ ਮਾਰਚ ਕੀਤਾ ਸੀ। ਠੀਕ ਹੈ ਨਾ, ਰਾਜ ਨੂੰ ਵਿਸਤਾਰ ਕਰਨ ਲਈ, ਨਾ ਕੋਈ ਆਪਣਾ ਪੈਤਰਿਕ ਏਰੀਆ ਫਰਗਨਾ ਵਾਪਸ ਲੈਣ ਲਈ। ਇਹ ਨਹੀਂ ਸੀ ਏਮ। ਉਸਦਾ ਆਪਣੇ ਜੱਦੀ ਦੇਸ਼ ਫਰਗਨਾ ਤੇ ਮੁੜ ਦਾਅਵਾ ਕਰਨ ਦਾ ਕੋਈ ਇਰਾਦਾ ਨਹੀਂ ਸੀ। ਅੱਗੇ ਪੜ੍ਹਦੇ ਹਾਂ। ਅਸਰਸ਼ਨ ਪੜ੍ਹਦੇ ਹਾਂ ਜੀ। ਸ਼ਾਹ ਆਲਮ II spent the initial years as an emperor far away from his capital। ਸ਼ਾਹ ਆਲਮ II ਸਾਨੂੰ ਪਤਾ ਹੋਣਾ ਚਾਹੀਦਾ। ਦੇਖੋ ਜੀ, ਬਕਸਰ ਦਾ ਯੁੱਧ ਹੋਇਆ ਸੀ 1764 ਵਿੱਚ। ਉਸ ਵਿੱਚ ਜਿਹੜਾ ਮੁਗਲ ਬਾਦਸ਼ਾਹ ਸੀ ਉਹ ਸੀ ਸ਼ਾਹ ਆਲਮ।
ਤੇ ਕਹਿੰਦੇ ਕਿ ਉਹਨਾਂ ਆਪਣੇ ਕਾਰਜਕਾਲ ਦੇ ਸ਼ੁਰੂਆਤੀ ਦੌਰ ਦਿੱਲੀ ਤੋਂ ਦੂਰ ਗੁਜ਼ਾਰੇ। ਅੱਛਾ ਜੀ, ਇਹ ਗੱਲ ਸਹੀ ਹੈ, ਦਿੱਲੀ ਤੋਂ ਦੂਰ ਗੁਜ਼ਾਰੇ ਸੀ। There was always a lurking danger of foreign invasion from the northwest frontier। ਉੱਤਰ ਪੂਰਬ ਤੋਂ ਅਟੈਕ ਹੋਣ ਦਾ ਖਤਰਾ ਸੀ, ਇਸ ਕਰਕੇ ਉਹ ਦਿੱਲੀ ਛੱਡ ਕੇ ਹੋਰ ਪਾਸੇ ਚਲਾ ਗਿਆ। ਇਹ ਕਾਰਨ ਨਹੀਂ ਆ, ਇਹ ਕਾਰਨ ਨਹੀਂ ਆ। ਆਨਸਰ ਹੈ ਜੀ ਸੀ। ਕਾਰਨ ਕੀ ਆ, ਪੜ੍ਹ ਲੈਂਦੇ ਆਪਾਂ। ਦੇਖੋ, ਸ਼ਾਹ ਆਲਮ ਦੂਜੇ ਨੇ ਬਾਦਸ਼ਾਹ ਵਜੋਂ ਸ਼ੁਰੂਆਤੀ ਸਾਲ ਨਜ਼ੀਮ ਖਾਨ ਰੋਹਿਲਾ ਦੇ ਡਰ ਕਾਰਨ ਆਪਣੀ ਰਾਜਧਾਨੀ ਤੋਂ ਦੂਰ ਬਿਤਾਏ ਸਨ, ਜੋ ਦਿੱਲੀ ਵਿੱਚ ਬਹੁਤ ਸ਼ਕਤੀਸ਼ਾਲੀ ਬਣ ਗਿਆ ਸੀ। ਕੌਣ? ਨਜ਼ੀਬ ਖਾਨ ਰੋਹਿਲਾ। ਇਹ ਦਿੱਲੀ ਦੇ ਏਰੀਏ ਵਿੱਚ ਪਾਵਰਫੁਲ ਬਣ ਗਿਆ ਤੇ ਇਹਦੇ ਡਰ ਕਾਰਨ ਮੁਗਲ ਬਾਦਸ਼ਾਹ ਸ਼ਾਹ ਆਲਮ ਦੂਜਾ ਦਿੱਲੀ ਤੋਂ ਦੂਰ ਜਾ ਕੇ ਰਹਿਣ ਲੱਗ ਗਿਆ ਸੀ। ਇਸ ਦਾ ਕਾਰਨ ਵਿਦੇਸ਼ੀ ਹਮਲਾ ਨਹੀਂ ਸੀ, ਵਿਦੇਸ਼ੀ ਹਮਲੇ ਨਹੀਂ ਸੀ ਰਾਜਧਾਨੀ ਤੋਂ ਦੂਰ ਰਹਿਣ ਦਾ ਕਾਰਨ। ਇਹ ਗੱਲ ਹੋ ਗਈ। ਹੁਣ ਆਪਾਂ ਸ਼ਾਹ ਆਲਮ ਦੂਜੇ ਬਾਰੇ ਥੋੜ੍ਹਾ ਪੜ੍ਹ ਲਈਏ। ਸ਼ਾਹ ਆਲਮ ਦੂਜਾ 16ਵਾਂ ਮੁਗਲ ਬਾਦਸ਼ਾਹ ਸੀ, ਜਿਸ ਨੇ 1759 ਤੋਂ 1806 ਤੱਕ ਰਾਜ ਕੀਤਾ। ਉਸ ਨੂੰ ਅਲੀ ਗੌਹਰ ਵਜੋਂ ਵੀ ਜਾਣਿਆ ਜਾਂਦਾ ਹੈ। ਅਲੀ ਗੌਹਰ 1759 ਪਲਾਸੀ ਤੋਂ ਬਾਅਦ ਦੀ ਗੱਲ ਹੋ ਰਹੀ ਹੈ। 1764 ਬੈਟਲ ਆਫ ਬਕਸਰ ਹੋ ਗਿਆ। 1764 ਵਿੱਚ ਬਕਸਰ ਵਿਖੇ ਸੁਜਾ ਅਲ ਦੌਲਾ ਦੀ ਹਾਰ ਤੋਂ ਬਾਅਦ ਸ਼ਾਹ ਆਲਮ ਕੰਪਨੀ ਦਾ ਪੈਂਸ਼ਨਰ ਬਣ ਗਿਆ, ਪੈਨਸ਼ਨ ਤੇ ਲਾਤਾ, ਜਿਸ ਦੇ ਬਦਲੇ ਉਸਨੇ ਬ੍ਰਿਟਿਸ਼ ਨੂੰ ਬੰਗਾਲ, ਬਿਹਾਰ ਅਤੇ ਉੜੀਸਾ ਤੋਂ ਮਾਲੀਆ ਇਕੱਠਾ ਕਰਨ ਦਾ ਅਧਿਕਾਰ ਦੇ ਦਿੱਤਾ ਸੀ। ਹੁਣ ਇਹ ਪ੍ਰਸ਼ਨ ਆਉਣਾ ਆ ਕਿ ਬੈਟਲ ਆਫ ਬਕਸਰ ਤੋਂ ਬਾਅਦ ਕੰਪਨੀ ਨੇ ਪਹਿਲੀ ਵਾਰ ਭਾਰਤ ਉੱਤੇ ਰੂਲ ਕਰਨਾ ਸ਼ੁਰੂ ਕੀਤਾ ਸੀ। ਰੂਲ ਇਨ ਦਾ ਸੈਂਸ, ਪਹਿਲਾਂ ਨਾ ਉਹ ਜਿੱਤ ਜਾਂਦੇ ਸੀ ਪਰ ਡਾਇਰੈਕਟ ਰੂਲ ਜਾਂ ਆਪਣੇ ਕੋਲ ਕੋਈ ਅਧਿਕਾਰ ਨਹੀਂ ਸੀ ਲੈਂਦੇ ਰਾਜ ਕਰਨ ਦਾ, ਉਹ ਉੱਥੋਂ ਦੇ ਰਾਜੇ ਕੋਲੋਂ ਕੰਸੈਸ਼ਨ ਲੈ ਲੈਂਦੇ ਸੀ। ਪਰ ਹੁਣ ਕੀ ਹੋਇਆ, ਪਹਿਲੀ ਵਾਰ ਉਹਨਾਂ ਨੇ ਕੁਛ ਆਪਣਾ ਨਾ ਸੱਤਾ ਕਾਇਮ ਕੀਤੀ ਤਾਂ ਆਪਣੇ ਕੋਲ ਬੰਗਾਲ, ਬਿਹਾਰ ਤੇ ਉੜੀਸਾ ਤੋਂ ਰੈਵਨਿਊ ਇਕੱਠਾ ਕਰਨ ਦਾ ਅਧਿਕਾਰ ਲੈ ਲਿਆ ਬ੍ਰਿਟਿਸ਼ਰ ਨੇ, ਅੰਗਰੇਜ਼ਾਂ ਨੇ। ਹੁਣ ਪ੍ਰਸ਼ਨ ਆ ਜਾਣਾ ਤੁਹਾਨੂੰ, ਬੰਗਾਲ, ਬਿਹਾਰ ਤੇ ਉੜੀਸਾ ਤੋਂ ਮਾਲੀਆ ਇਕੱਠਾ ਕਰਨ ਦਾ ਅਧਿਕਾਰ ਅੰਗਰੇਜ਼ਾਂ ਨੂੰ ਕਿਸ ਨੇ ਦਿੱਤਾ ਸੀ? ਉਹ ਦਿੱਤਾ ਸੀ ਜੀ ਸ਼ਾਹ ਆਲਮ ਦੂਜੇ ਨੇ, ਸ਼ਾਹ ਆਲਮ ਨੇ। ਅੱਗੇ, ਸਲੂਬਾ ਨਰਸਿਮਾ put an end to the old dynasty and assumed the royal title। ਸਲੂਬਾ ਨਰਸਿਮਾ ਇਹ ਤੁਹਾਡਾ ਨਾ ਵਿਜੇਨਗਰ ਅੰਪਾਇਰ ਦਾ ਰਾਜਾ ਸੀ ਤੇ ਕਹਿੰਦੇ ਕਿ ਪਹਿਲਾਂ, ਇਸ ਤੋਂ ਪਹਿਲਾਂ ਜਿਹੜੇ ਸੀ ਨਾ ਤੁਹਾਡੇ ਆਹੀ ਨਰਸਿਮਹਾ ਰਾਓ, ਦੇਵ ਰਾਏ, ਇਸ ਤਰ੍ਹਾਂ ਦੇ ਰਾਜੇ ਰਾਜ ਕਰਦੇ ਸੀ। ਬਾਅਦ ਵਿੱਚ ਇਹ ਆ ਗਿਆ ਜੀ ਸਲੂਬਾ ਨਰਸਿਮਹਾ, ਤੇ ਉਹਨਾਂ ਆਪਣਾ ਇੱਕ ਰਾਇਲ ਟਾਈਟਲ ਰੱਖ ਲਿਆ ਜੀ, ਸ਼ਾਹੀ ਸਿਰਲੇਖ ਆਪਣਾ ਨਾਮ ਰੱਖ ਲਿਆ। ਇਹ ਗੱਲ ਸਹੀ ਹੈ। ਹੁਣ ਕੀ ਕਾਰਨ ਸਹੀ ਹੈ? ਹੀ ਵਾਂਟਡ ਟੂ ਸੇਵ ਦਾ ਕਿੰਗਡਮ ਫਰੋਮ ਫਰਦਰ ਡੀਜਨਰੇਸ਼ਨ, ਸੇਵ ਦਾ ਕਿੰਗਡਮ, ਬਚਾਉਣਾ ਚਾਹੁੰਦਾ ਸੀ ਰਾਜ ਨੂੰ ਕਿ ਰਾਜ ਦਾ ਪੱਧਰ ਗਿਰ ਨਾ ਜਾਵੇ, ਡਿਸਇੰਟੀਗ੍ਰੇਟ ਨਾ ਹੋ ਜਾਏ, ਛੋਟੇ ਭਾਗਾਂ 'ਚ ਨਾ ਬਣ ਜਾਏ, ਪ੍ਰਸ਼ਾਸਨ ਵੀ ਸਹੀ ਢੰਗ ਨਾਲ ਚੱਲੇ। ਕਿ ਇਹ ਕਾਰਨ ਸੀ ਉਹਦਾ ਰਾਇਲ ਟਾਈਟਲ ਗੇਨ ਕਰਨ ਦਾ? ਥੋੜ੍ਹਾ ਸਮਝ ਨਾਲ ਚੱਲਾਂਗੇ ਤਾਂ ਇਹ ਕਾਰਨ ਤੁਹਾਨੂੰ ਨਹੀਂ ਲੱਗੇਗਾ। ਬਾਕੀ ਵੀ ਦੇਖੋ, ਤੁਹਾਨੂੰ ਸਾਰੇ ਆਨਸਰ ਆਉਂਦੇ ਨਹੀਂ ਹੋਣੇ, ਥੋੜ੍ਹਾ ਸਮਝਦਾਰੀ ਨਾਲ ਦੇਖਾਂਗੇ। ਰਾਇਲ ਟਾਈਟਲ ਲੈਣ ਦਾ ਉਹਦਾ ਮੇਨ ਕਾਰਨ ਸੀ ਕਿ ਮੇਰੀ ਵਾਹ ਵਾਹ ਹੋਵੇ, ਮੇਰੀ ਪ੍ਰਸਿੱਧੀ ਹੋਵੇ। ਕਿੰਗਡਮ ਦੇ ਨਾਲ, ਜੇ ਕਿੰਗਡਮ ਨੂੰ ਸੁਧਾਰਨਾ ਤਾਂ ਉਹਦੇ ਲਈ ਹੋਰ ਉਪਰਾਲੇ ਕਰਨੇ ਪੈਂਦੇ ਆ। ਆਪਣਾ ਨਾਂ ਕੋਈ ਵਧੀਆ ਰੱਖ ਲਿਆ, ਉਹਦੇ ਨਾਲ ਗੱਲ ਨਹੀਂ ਬਣਦੀ। ਆਪਣਾ ਨਾਂ ਤਾਂ ਉਹ ਆਪਣੇ ਲਈ ਰੱਖਦੇ ਆ ਕਿ ਮੇਰੀ ਸ਼ਾਨ ਵਧੀ ਰਵੇ। ਇਸ ਕਰਕੇ ਇਹ ਟਰੂ ਆ ਤੇ ਆਰ ਫਾਲਸ ਆ। ਹੀ ਅਜ਼ਿਊਮਡ ਦਾ ਰਾਇਲ ਟਾਈਟਲ ਨਾਟ ਟੂ ਸੇਵ ਦਾ ਕਿੰਗਡਮ, ਸਾਮਰਾਜ ਨੂੰ ਬਚਾਉਣ ਲਈ ਨਹੀਂ, ਬਟ ਡਿਊ ਟੂ ਹਿਜ਼ ਗ੍ਰੀਡ ਆਫ ਪਾਵਰ, ਆਪਣੀ ਪਾਵਰ, ਆਪਣੀ ਸ਼ਕਤੀ, ਆਪਣੀ ਬੱਲੇ ਬੱਲੇ ਕਰਾਉਣ ਲਈ। ਅੱਗੇ ਦੇਖਦੇ ਹਾਂ ਜੀ, ਮਰਾਠਾਸ emerged as the strongest native power in India after the decline of Mughal Empire। ਜਦੋਂ ਮੁਗਲ ਅੰਪਾਇਰ ਡਿਕਲਾਈਨ ਕਰ ਗਿਆ ਨਾ, ਤਾਂ ਭਾਰਤ ਦੇ ਲੋਕਾਂ ਦੇ ਵਿੱਚ ਭਾਰਤੀ ਕੋਈ ਸ਼ਕਤੀ ਕਿਹੜੀ ਸੀ ਸਭ ਤੋਂ ਸ਼ਕਤੀਸ਼ਾਲੀ? ਤਾਂ ਉਹ ਕੀ ਸੀ? ਮਰਾਠੇ ਸੀ ਜੀ, ਮਰਾਠੇ। ਹੁਣ ਤੁਸੀਂ ਕਹੋਗੇ ਸਰ ਸਿੱਖ ਵੀ ਤਾਂ ਸੀਗੇ। ਸਿੱਖ ਉਸ ਵੇਲੇ ਦਲਾਂ 'ਚ ਵੰਡੇ ਹੋਏ ਸੀਗੇ। ਮੁਗਲ ਅੰਪਾਇਰ ਦੇਖੋ 1720-30 ਦੇ ਕਰੀਬ ਕਾਫੀ ਡਿਕਲਾਈਨ ਕਰ ਗਿਆ ਸੀਗਾ, ਤੇ ਉਸ ਸਮੇਂ ਪੰਜਾਬ ਵਿੱਚ ਮਿਸਲਾਂ ਵਗੈਰਾ ਸੀ। ਤਾਂ ਫਿਰ 1799 ਦੇ ਕਰੀਬ ਜਾ ਕੇ ਮਹਾਰਾਜਾ ਰਣਜੀਤ ਸਿੰਘ ਦੇ ਨੇਤਰਤਵ ਵਿੱਚ ਆਪਣੇ ਪੰਜਾਬ ਵਿੱਚ ਇੱਕ
ਵੱਡਾ ਸਾਮਰਾਜ ਸਥਾਪਿਤ ਹੁੰਦਾ ਆ। ਪਰ ਉਸ ਤੋਂ ਪਹਿਲਾਂ ਤੇ ਮੁਗਲਾਂ ਦੇ ਡਿਕਲਾਈਨ ਤੋਂ ਬਾਅਦ ਕੋਈ ਇੱਕ ਭਾਰਤੀ ਕੋਈ ਸ਼ਕਤੀ ਸੀ ਤਾਂ ਉਹ ਸੀ ਮਰਾਠੇ। ਇਹ ਮਰਾਠੇ ਅਮਰਜ ਹੋਏ। ਇਹ ਗੱਲ ਸਹੀ ਹੈ ਜੀ, ਇਹ ਗੱਲ ਸਹੀ ਆ। ਮਰਾਠਾ ਵਰ ਦਾ ਫਸਟ ਟੂ ਹੈਵ ਏ ਕਲੀਅਰ ਕਨਸੈਪਟ ਆਫ ਯੂਨਾਈਟਿਡ ਇੰਡੀਅਨ ਨੇਸ਼ਨ। ਇਹ ਪਹਿਲੇ ਸੀ ਜਿਨ੍ਹਾਂ ਕੋਲ ਇੱਕ ਸੁਪਨਾ ਸੀ, ਇੱਕ ਕਨਸੈਪਟ ਸੀ, ਇੱਕ ਸੋਚ ਸੀ ਕਿ ਅਸੀਂ ਪੂਰਾ ਇੱਕ ਭਾਰਤ ਬਣਾਉਣਾ ਆ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਤੁਸੀਂ ਜਦੋਂ ਹਿਸਟਰੀ ਪੜ੍ਹੋਗੇ ਤਾਂ ਉਸ ਨਾਲ ਪਾਓਗੇ ਕਿ ਮਰਾਠੇ ਸ਼ਕਤੀਸ਼ਾਲੀ ਤਾਂ ਹੋ ਗਏ ਸੀ, ਪਰ ਇਹਨਾਂ ਦੇ ਕੋਲ ਕੋਈ ਵਿਜ਼ਨ ਨਹੀਂ ਸੀ। ਇਹ ਕੀ ਕਰਦੇ ਸੀਗੇ ਕਿ ਅਟੈਕ ਕਰਦੇ ਸੀ, ਰਾਜ ਕਰਦੇ ਸੀ, ਕਿਸੇ ਨੂੰ ਆਪਣੇ ਅਧੀਨ ਲੈ ਲੈਂਦੇ ਸੀ, ਤਾਂ ਉਸ ਤੋਂ ਵੱਧ ਮਾਲੀਆ ਹਾਸਲ ਕਰਦੇ ਸੀ, ਰੈਵਨਿਊ ਹਾਸਲ ਕਰਦੇ ਸੀ, ਧਨ ਦੌਲਤ ਹਾਸਲ ਕਰਦੇ ਸੀ। ਤਾਂ ਇਹਨਾਂ ਦਾ ਕੋਈ ਪ੍ਰਸ਼ਾਸਨ ਦੇ ਵਿੱਚ ਸੁਧਾਰ, ਕੋਈ ਆਰਥਿਕਤਾ ਦੇ ਵਿੱਚ ਸੁਧਾਰ, ਇਸ ਤਰ੍ਹਾਂ ਦੀ ਗੱਲਾਂ ਵੱਲ ਧਿਆਨ ਨਹੀਂ ਸੀਗਾ ਕਿ ਪੈਸਾ ਵਧਾਇਆ ਕਿੱਦਾਂ ਜਾਵੇ, ਆਮ ਜਨਤਾ ਦੀ ਖੁਸ਼ਹਾਲੀ ਕਿੱਦਾਂ ਵਧਾਈ ਜਾਵੇ। ਇਹਨਾਂ ਦਾ ਬਸ ਇਹ ਸੀ ਵੀ ਅਟੈਕ ਕਰੋ, ਹਰਾਓ ਤੇ ਉਹਨਾਂ ਤੋਂ ਵੱਧ ਧਨ ਲਓ। ਇਹ ਗੱਲਾਂ ਕਰਕੇ ਵੀ ਨਾ ਜਿਹੜੇ ਕਈ ਰਾਜੇ ਸੀ, ਖਾਸ ਤੌਰ ਤੇ ਉੱਤਰ ਭਾਰਤ ਦੇ ਰਾਜੇ, ਉਹ ਮਰਾਠਿਆਂ ਦੇ ਖਿਲਾਫ ਹੋ ਗਏ ਸੀ, ਮਰਾਠਿਆਂ ਨੂੰ ਪਸੰਦ ਨਹੀਂ ਸੀ ਕਰਦੇ। ਇਸੇ ਕਾਰਨ ਜਦੋਂ ਮਰਾਠਿਆਂ ਦਾ ਯੁੱਧ ਹੋਇਆ ਨਾ ਅਹਿਮਦ ਸ਼ਾਹ ਅਬਦਾਲੀ ਨਾਲ, ਤਾਂ ਕਈ ਉੱਤਰੀ ਭਾਰਤੀ ਰਾਜਿਆਂ ਨੇ ਮਰਾਠਿਆਂ ਦੀ ਹੈਲਪ ਨਹੀਂ ਕੀਤੀ ਸੀ। ਇਹ ਇੰਟਰਸਟਿੰਗ ਪੁਆਇੰਟ ਆ। ਇਹਨਾਂ ਕੋਲ ਵਿਜ਼ਨ ਨਹੀਂ ਸੀ ਕੋਈ। ਤਾਂ ਆਨਸਰ ਕੀ ਹੋ ਗਿਆ ਜੀ? ਸੀ। ਇਹ ਤਾਂ ਸਹੀ ਆ ਪਰ ਆਰ ਫਾਲਸ ਆ। ਹੁਣ ਧਿਆਨ ਨਾਲ ਦੇਖੋ, ਜਿੱਥੇ ਇਹ ਥੋੜ੍ਹਾ ਸੋਚ ਕੇ ਆਨਸਰ ਕਰਨ ਵਾਲੇ ਆ ਨਾ, ਉਹਦੇ ਵਿੱਚ ਸਟੇਟਮੈਂਟ ਤਾਂ ਸਹੀ ਲੱਗਦੀ ਆ ਪਰ ਉਹਦਾ ਕਾਰਨ ਸਹੀ ਨਹੀਂ ਜਾਪਦਾ। ਕਾਰਨ ਤਾਂ ਕਈ ਹੋ ਸਕਦੇ ਆ ਪਰ ਥੋੜ੍ਹਾ ਸੋਚੋਗੇ ਤੁਹਾਨੂੰ ਪਤਾ ਲੱਗ ਜਾਣਾ, ਆਨਸਰ ਕੱਢ ਸਕਦੇ ਆ। ਮਰਾਠਿਆਂ ਕੋਲ ਕਦੇ ਵੀ ਸੰਯੁਕਤ ਭਾਰਤੀ ਰਾਸ਼ਟਰ ਦਾ ਸੰਕਲਪ ਨਹੀਂ ਸੀ। ਇਸ ਕਾਰਨ ਉਹਨਾਂ ਦੀ ਆਮ ਤੌਰ ਤੇ ਆਲੋਚਨਾ ਵੀ ਹੁੰਦੀ ਹੈ। ਠੀਕ ਹੈ ਜੀ। ਅਗਲਾ ਪ੍ਰਸ਼ਨ ਪੜ੍ਹਦੇ ਹਾਂ ਜੀ। ਆਲਮ ਖਾਨ, one of those who invited ਬਾਬਰ to invade India was। ਇਹ ਆਲਮ ਖਾਨ ਕੌਣ ਸੀ? ਹੁਣ ਤੁਸੀਂ ਜੇ ਮਿਡੇਵਲ ਹਿਸਟਰੀ ਪੜ੍ਹੀ ਆ, ਤੁਹਾਨੂੰ ਸਾਰੇ ਫੈਕਟ ਨਹੀਂ ਵੀ ਯਾਦ, ਪਰ ਥੋੜ੍ਹਾ ਤੁਹਾਨੂੰ ਪਤਾ ਹੋਏਗਾ ਕਿ ਬਾਬਰ ਨੂੰ ਬੁਲਾਇਆ ਗਿਆ ਵੀ ਆ ਤੇ ਅਟੈਕ ਕਰ, ਦਿੱਲੀ ਸਲਤਨਤ ਤੇ ਅਟੈਕ ਕਰ। ਸਾਨੂੰ ਇਹ ਵੀ ਪਤਾ ਕਿ ਬਾਬਰ ਨੇ ਜਦੋਂ ਅਟੈਕ ਕੀਤਾ ਤੇ ਕਿਹਦੇ ਨਾਲ ਲੜਾਈ ਲੜੀ ਸੀ? ਪਾਨੀਪਤ ਦੀ ਤੀਜੀ ਲੜਾਈ ਇਬਰਾਹਿਮ ਲੋਧੀ ਨਾਲ। ਅੱਛਾ ਜੀ। ਹੁਣ ਇਬਰਾਹਿਮ ਲੋਧੀ ਦਾ ਹੀ ਕੋਈ ਰਿਲੇਟਿਵ ਸੀਗਾ ਆਲਮ ਖਾਨ। ਇਹ ਕਹਿੰਦਾ ਸੀਗਾ ਕਿ ਮੈਨੂੰ ਗੱਦੀ ਮਿਲੇ। ਠੀਕ ਹੈ ਜੀ। ਤਾਂ ਇਸ ਨੇ ਲਾਹੌਰ ਦੇ ਗਵਰਨਰ ਦੌਲਤ ਖਾਨ ਲੋਧੀ ਨਾਲ ਮਿਲ ਕੇ ਬਾਬਰ ਨੂੰ ਬੁਲਾਇਆ, ਬਾਬਰ ਦੀ ਹੈਲਪ ਕੀਤੀ ਤੇ ਫਿਰ ਇਬਰਾਹਿਮ ਲੋਧੀ ਨਾਲ ਬਾਬਰ ਦਾ ਯੁੱਧ ਹੋਇਆ ਤੇ ਇਬਰਾਹਿਮ ਲੋਧੀ ਹਾਰ ਗਿਆ। ਹੁਣ ਗੱਲ ਆਉਂਦੀ ਹੈ, ਇਹ ਆਲਮ ਖਾਨ ਕੌਣ ਸੀ? ਐਨ ਅੰਕਲ ਆਫ ਇਬਰਾਹਿਮ ਲੋਧੀ ਐਂਡ ਪ੍ਰੀਟੈਂਡਰ ਟੂ ਦਾ ਥਰੋਨ ਆਫ ਦਿੱਲੀ। ਇਬਰਾਹਿਮ ਲੋਧੀ ਦਾ ਅੰਕਲ ਸੀ, ਚਾਚਾ ਸੀ, ਤੇ ਆਪਣੇ ਆਪ ਨੂੰ ਇਹ ਕਹਿੰਦਾ ਸੀ ਕਿ ਮੈਂ ਆ ਤਖਤ ਦਾ ਵਾਰਿਸ, ਦਿੱਲੀ ਦੇ ਤਖਤ ਦਾ ਵਾਰਿਸ ਮੈਂ ਆ। A cousin of Ibrahim Lodi who was ill-treated and expelled from the country। ਇਬਰਾਹਿਮ ਲੋਧੀ ਦਾ ਕਜ਼ਨ, ਭਰਾ, ਜਿਹਨੂੰ ਇਬਰਾਹਿਮ ਲੋਧੀ ਨੇ ਜਿਸ ਨਾਲ ਦੁਰਵਿਵਹਾਰ ਕੀਤਾ ਸੀ ਤੇ ਉਸਨੂੰ ਦੇਸ਼ ਨਿਕਾਲਾ ਦੇਤਾ ਸੀ। ਇਹ ਹੁਣ ਨਾ ਆਪਾਂ ਆਨਸਰ ਹੀ ਪੜ੍ਹ ਲੈਂਦੇ ਆ ਤੇ ਅਦਰਵਾਈਜ਼ ਤੁਸੀਂ ਕਨਫਿਊਜ਼ ਹੋ ਜਾਓਗੇ। ਆਨਸਰ ਹੈ ਜੀ ਇਹ ਇਬਰਾਹਿਮ ਲੋਧੀ ਦਾ ਅੰਕਲ ਸੀ ਤੇ ਇਹ ਕਹਿੰਦਾ ਸੀ ਕਿ ਤਖਤ ਦਾ ਵਾਰਿਸ ਮੈਂ ਆ, ਆਲਮ ਖਾਨ। ਤਾਂ ਇਸ ਨੇ ਦੌਲਤ ਖਾਨ ਲੋਧੀ ਨਾਲ ਮਿਲ ਕੇ ਬਾਬਰ ਨੂੰ ਬੁਲਾਇਆ ਸੀ। ਪੜ੍ਹ ਲੈਂਦੇ ਜੀ ਆਪਾਂ। ਆ ਦੇਖੋ, ਆਲਮ ਖਾਨ ਨੇ ਦੌਲਤ ਖਾਨ ਲੋਧੀ ਨਾਲ ਮਿਲ ਕੇ ਬਾਬਰ ਨੂੰ ਬੁਲਾਇਆ। 1526 ਵਿੱਚ ਪਾਣੀਪਤ ਦੀ ਪਹਿਲੀ ਲੜਾਈ ਵਿੱਚ ਇਬਰਾਹਿਮ ਲੋਧੀ ਬਾਬਰ ਹੱਥੋਂ ਹਾਰ ਗਿਆ ਸੀ। ਥੋੜੀ ਹਿਸਟਰੀ ਪੜ੍ਹ ਲੈਂਦੇ ਆ। ਦੇਖੋ, ਇੱਕ ਸੀ ਆਲਮ ਖਾਨ, ਇਬਰਾਹਿਮ ਲੋਧੀ ਦਾ ਚਾਚਾ, ਇਹ ਕਹਿੰਦਾ ਵੀ ਰਾਜਾ ਮੈਂ ਆ, ਤਖਤ ਦਾ ਵਾਰਿਸ ਮੈਂ ਆ। ਤੇ ਦੂਸਰਾ ਸੀਗਾ ਆਪਣਾ ਦੌਲਤ ਖਾਨ ਲੋਧੀ। ਦੌਲਤ ਖਾਨ ਲੋਧੀ ਇੱਧਰ ਪੰਜਾਬ ਸਾਈਡ ਦਾ ਗਵਰਨਰ ਸੀ, ਲਾਹੌਰ ਦਾ, ਤੇ ਇਹਦੀ ਵੀ ਲੱਗਦੀ ਨਹੀਂ ਸੀ, ਇਹਦੀ ਵੀ ਨਾ ਮਤਲਬ ਅੱਛੇ ਸੰਬੰਧ ਨਹੀਂ ਸੀ ਇਬਰਾਹਿਮ ਲੋਧੀ ਨਾਲ, ਇਹਦੀ ਵੀ ਲੱਗਦੀ ਸੀ ਇਬਰਾਹਿਮ ਲੋਧੀ ਨਾਲ, ਤੇ ਇਹਨਾਂ ਨੇ ਮਿਲ ਕੇ ਬਾਬਰ ਨੂੰ ਬੁਲਾਇਆ ਸੀ। ਇਹ ਪ੍ਰਸ਼ਨ ਇੰਪੋਰਟੈਂਟ ਆ, ਯਾਦ ਰੱਖਿਓ ਨਾਮ। ਆਲਮ ਖਾਨ ਨੇ ਦੌਲਤ ਖਾਨ ਲੋਧੀ ਨਾਲ ਮਿਲ ਕੇ ਬਾਬਰ ਨੂੰ ਭਾਰਤ ਬੁਲਾਇਆ। 1526 ਵਿੱਚ ਪਾਣੀਪਤ ਦੀ ਪਹਿਲੀ ਲੜਾਈ ਵਿੱਚ ਇਬਰਾਹਿਮ ਲੋਧੀ ਬਾਬਰ ਹੱਥੋਂ ਹਾਰ ਗਿਆ ਸੀ। ਠੀਕ ਹੈ ਜੀ। ਆਲਮ ਖਾਨ ਨੇ ਦਿੱਲੀ ਦੇ ਤਤਕਾਲੀ ਸੁਲਤਾਨ ਇਬਰਾਹਿਮ ਲੋਧੀ ਦਾ ਚਾਚਾ ਸੀ, ਹਨਾ। ਆਲਮ ਖਾਨ ਕੌਣ ਸੀ? ਚਾਚਾ ਸੀ ਇਬਰਾਹਿਮ ਲੋਧੀ ਦਾ। ਆਲਮ ਖਾਨ ਦਿੱਲੀ ਉੱਤੇ ਰਾਜ ਕਰਨਾ ਚਾਹੁੰਦਾ ਸੀ ਅਤੇ ਇਸ ਲਈ ਦੌਲਤ ਖਾਨ ਲੋਧੀ ਨਾਲ ਮਿਲ ਕੇ ਉਸਨੇ ਇਬਰਾਹਿਮ ਲੋਧੀ ਦੇ ਖਿਲਾਫ ਸਾਜ਼ਿਸ਼ ਰਚੀ। ਕਿਹਨਾਂ ਮਿਲ ਕੇ? ਦੌਲਤ ਖਾਨ ਲੋਧੀ ਨਾਲ ਮਿਲ ਕੇ। ਦੌਲਤ ਖਾਨ ਲੋਧੀ
ਲੋਧੀ ਖਾਨਦਾਨ ਦੇ ਆਖਰੀ ਸ਼ਾਸਕ ਇਬਰਾਹਿਮ ਲੋਧੀ ਦੇ ਰਾਜ ਦੌਰਾਨ ਲਾਹੌਰ ਦਾ ਗਵਰਨਰ ਸੀ। ਇਹ ਵੀ ਪ੍ਰਸ਼ਨ ਆਇਆ ਹੋਇਆ ਵੀ ਉਹ ਲਾਹੌਰ ਦਾ ਕਿਹੜਾ ਗਵਰਨਰ ਸੀ ਜਿਸਨੇ ਬਾਬਰ ਨੂੰ ਇਨਵਾਈਟ ਕੀਤਾ, ਬਾਬਰ ਦਾ ਸਾਥ ਦਿੱਤਾ ਸੀ। ਉਹ ਸੀ ਦੌਲਤ ਖਾਨ ਲੋਧੀ। ਕਿਸੇ ਨਾ ਕਿਸੇ ਪੇਪਰ ਵਿੱਚ, ਐਗਜ਼ਾਮ ਵਿੱਚ ਇਹ ਪ੍ਰਸ਼ਨ ਆਏ ਹੋਏ ਆ। ਇਬਰਾਹਿਮ ਨਾਲ ਅਸੰਤੁਸ਼ਟਤਾ ਕਾਰਨ ਦੌਲਤ ਨੇ ਬਾਬਰ ਨੂੰ ਰਾਜ ਉੱਤੇ ਹਮਲਾ ਕਰਨ ਦਾ ਸੱਦਾ ਦਿੱਤਾ। ਇਬਰਾਹਿਮ ਲੋਧੀ ਨਾਲ ਸੰਬੰਧ ਦੌਲਤ ਖਾਨ ਲੋਧੀ ਦੇ ਚੰਗੇ ਨਹੀਂ ਸੀ। ਠੀਕ, ਅੱਗੇ ਦੇਖਦੇ ਹਾਂ ਜੀ। ਬੈਟਲ ਆਫ ਧਰਮਤ, ਧਰਮਤ ਦਾ ਯੁੱਧ। ਵਾਜ਼ ਫਾਊਟ ਬਿਟਵੀਨ, ਇਹ ਕਿੰਨਾ ਵਿਚਕਾਰ ਹੋਇਆ ਸੀ ਜੀ? ਧਰਮਤ। ਇਹ ਫੈਕਚੁਅਲ ਆ ਜੀ, ਤੁਹਾਨੂੰ ਯਾਦ ਹੋਣਾ ਚਾਹੀਦਾ। ਔਰੰਗਜ਼ੇਬ ਤੇ ਦਾਰਾ ਸ਼ਿਕੋ। ਦਾਰਾ ਸ਼ਿਕੋ ਸ਼ਾਹਜਹਾਂ ਦਾ ਵੱਡਾ ਮੁੰਡਾ ਸੀ, ਉਹਦਾ ਆਪਣੇ ਭਰਾ ਔਰੰਗਜ਼ੇਬ ਨਾਲ ਯੁੱਧ ਹੋਇਆ ਸੀ ਜੀ, ਬੈਟਲ ਆਫ ਧਰਮਤ। ਇਹ ਡਿਸੀਸਿਵ ਸੀ, ਨਿਰਣਾਇਕ ਯੁੱਧ ਸੀ। ਸੱਤਾ ਪ੍ਰਾਪਤੀ ਲਈ ਆਪਸ 'ਚ ਦੋਵਾਂ ਭਰਾਵਾਂ ਵਿਚਕਾਰ ਲੜਾਈ ਹੋਈ ਸੀ ਤੇ ਔਰੰਗਜ਼ੇਬ ਜਿੱਤ ਗਿਆ ਸੀ। ਔਰੰਗਜ਼ੇਬ ਕੋਲ ਵਧੀਆ ਸੈਨਾ ਸੀ ਤੇ ਇਹਦੀ ਕੂਟਨੀਤੀ ਵੀ ਜ਼ਿਆਦਾ ਵਧੀਆ ਸੀ। ਕਿਉਂਕਿ ਨਾ ਇਹ ਅੱਜ ਵੀ ਇਹ ਪ੍ਰਸ਼ਨ ਬਣਿਆ ਹੋਇਆ ਆ ਕਿ ਜੇ ਬਾਈ ਚਾਂਸ ਔਰੰਗਜ਼ੇਬ ਦੀ ਜਗ੍ਹਾ ਦਾਰਾ ਸ਼ਿਕੋ ਜਿੱਤ ਜਾਂਦਾ ਤਾਂ ਸ਼ਾਇਦ ਭਾਰਤ ਦੀ ਹਿਸਟਰੀ ਇਤਿਹਾਸ ਕੁਛ ਹੋਰ ਹੁੰਦਾ, ਕਿਉਂਕਿ ਦਾਰਾ ਸ਼ਿਕੋ ਸੂਫੀ ਵਿਚਾਰਧਾਰਾ ਦਾ ਧਾਰਨੀ ਸੀ, ਔਰੰਗਜ਼ੇਬ ਕੱਟੜ ਸੁੰਨੀ ਸੀ। ਦਾਰਾ ਸ਼ਿਕੋ ਦੇ ਗੁਰੂ ਸਾਹਿਬਾਨ ਨਾਲ ਸੰਬੰਧ ਵੀ ਬੜੇ ਅੱਛੇ ਸੀ ਤੇ ਇਹ ਉਪਨਿਸ਼ਦ ਵੀ ਪੜ੍ਹਦਾ ਸੀ ਦਾਰਾ ਸ਼ਿਕੋ, ਉਹਨਾਂ ਦਾ ਵੀ ਕਾਫੀ ਫੈਨ ਸੀ। ਤਾਂ ਇਹਦਾ ਭਾਰਤੀ ਕਲਚਰ ਨਾਲ ਕਾਫੀ ਪ੍ਰੇਮ ਸੀ। ਤਾਂ ਕਹਿੰਦੇ ਕਿ ਜੇ ਦਾਰਾ ਸ਼ਿਕੋ ਜਿੱਤ ਜਾਂਦਾ ਤੇ ਸ਼ਾਇਦ ਭਾਰਤ ਦੀ ਹਿਸਟਰੀ ਕੁਛ ਹੋਰ ਹੁੰਦੀ, ਸਾਰੇ ਧਰਮਾਂ ਨਾਲ ਉਸਦਾ ਸਮਨਵੈ ਹੁੰਦਾ। ਤੇ ਔਰੰਗਜ਼ੇਬ ਕੱਟੜ ਸੁੰਨੀ ਸੀ। 9ਵੇਂ ਪਾਤਸ਼ਾਹ ਨੂੰ ਸ਼ਹੀਦ ਕਰਵਾਇਆ ਸੀ ਔਰੰਗਜ਼ੇਬ ਨੇ। ਤੇ ਆਪਾਂ ਪੜ੍ਹਿਆ ਕਿ ਕਿਸ ਤਰ੍ਹਾਂ ਸਾਊਥ ਦੇ ਸ਼ੀਆ ਸ਼ਾਸਕਾਂ ਦੇ ਖਿਲਾਫ ਵੀ ਇਹਦਾ ਰੋਸ ਸੀਗਾ, ਉਹਨਾਂ ਨੂੰ ਹਰਾਉਣਾ ਚਾਹੁੰਦਾ ਸੀ। ਤਾਂ ਇਹਦੀ ਧਰਮ ਪ੍ਰਤੀ ਨੀਤੀ ਉਨੀ ਉਹ ਨਹੀਂ ਸੀ, ਸੁਲਹ-ਕੁਲ ਨਹੀਂ ਸੀ। ਦਾਰਾ ਸ਼ਿਕੋ ਕਹਿੰਦੇ ਜੇ ਬਣ ਜਾਂਦਾ ਤਾਂ ਜ਼ਿਆਦਾ ਵਧੀਆ ਹੁੰਦਾ, ਭਾਰਤ ਵਿੱਚ ਅਮਨ ਪਿਆਰ ਧਰਮਾਂ ਵਿੱਚ ਬਣਿਆ ਰਹਿੰਦਾ। ਇਹ ਇੱਕ ਗੱਲ ਆ ਜੀ। ਪਰ ਇਹ ਸੀਗਾ ਕਿ ਦੇਖੋ ਜੀ, ਦਿਲ ਦੇ ਚੰਗੇ ਹੋਣ ਨਾਲ ਨਹੀਂ ਗੱਲ ਬਣਦੀ। ਸਿਰਫ ਦਿਲ ਦੇ ਚੰਗੇ ਹੋਣ ਦੇ ਨਾਲ ਤੁਹਾਨੂੰ ਏਬਲ ਵੀ ਹੋਣਾ ਪੈਂਦਾ ਆ, ਤੁਹਾਨੂੰ ਕੂਟਨੀਤੀ ਵੀ ਪਤਾ ਹੋਣੀ ਚਾਹੀਦੀ ਆ, ਨਹੀਂ ਤਾਂ ਤੁਹਾਡੇ ਦੁਸ਼ਮਣ ਨੇ ਕੂਟਨੀਤੀ ਦਾ ਫਾਇਦਾ ਉਠਾ ਕੇ ਤੁਹਾਨੂੰ ਹਰਾ ਜਾਣਾ। ਇਹ ਗੱਲਾਂ ਸੀ ਜੀ, ਪੜ੍ਹ ਲੈਂਦੇ ਹਾਂ। ਧਰਮਤ ਦੀ ਲੜਾਈ। ਔਰੰਗਜ਼ੇਬ ਦੁਆਰਾ ਮੁਗਲ ਰਾਜਕੁਮਾਰ ਦਾਰਾ ਸ਼ਿਕੋਰ ਨਾਲ ਗੱਠਜੋੜ ਕਰਨ ਵਾਲੇ ਜਸਵੰਤ ਸਿੰਘ ਰਾਠੌੜ, ਜੇ ਕਹੀਏ ਕਿ ਮੇਨ ਬੰਦਾ ਕੌਣ ਸੀ, ਜਸਵੰਤ ਸਿੰਘ ਰਾਠੌੜ, ਉਹ ਕਿਹਦੇ ਪਾਸਿਓਂ ਸੀਗਾ? ਦਾਰਾ ਸ਼ਿਕੋ ਵੱਲੋਂ ਲੜ ਰਿਹਾ ਸੀ। ਉਸ ਦੇ ਵਿਰੁੱਧ ਮੁਗਲ ਉੱਤਰਾਧਿਕਾਰੀ ਲਈ ਯੁੱਧ ਦੌਰਾਨ ਲੜੀ ਗਈ ਸੀ। ਮੁਗਲ ਉੱਤਰਾਧਿਕਾਰੀ ਵੀ ਕੌਣ ਹੋਊਗਾ ਰਾਜਾ ਸ਼ਾਹਜਹਾਂ ਤੋਂ ਬਾਅਦ, ਇਹਦੇ ਲਈ ਯੁੱਧ ਹੋਇਆ ਸੀ ਜੀ। ਇਹ ਲੜਾਈ 15 ਅਪ੍ਰੈਲ 1658 ਦੇ ਗਰਮੀਆਂ ਦੇ ਦਿਨ ਧਨਮਤ ਦੇ ਖੁੱਲ੍ਹੇ ਮੈਦਾਨ ਵਿੱਚ ਲੜੀ ਗਈ ਸੀ, ਇਹ ਰਾਜਸਥਾਨ ਸਾਈਡ, ਜਿਸ ਵਿੱਚ ਔਰੰਗਜ਼ੇਬ ਨੇ ਤੋਪਖਾਨੇ ਅਤੇ ਰਣਨੀਤੀ ਵਿੱਚ ਫਾਇਦੇ ਕਾਰਨ ਫੈਸਲਾਕੁੰਨ ਜਿੱਤ ਪ੍ਰਾਪਤ ਕੀਤੀ ਸੀ, ਵੀ ਨਿਰਣਾਇਕ। ਇਸ ਤੋਂ ਬਾਅਦ ਕੀ ਆ, ਔਰੰਗਜ਼ੇਬ ਜਿੱਤ ਗਿਆ, ਪਤਾ ਹੁਣ ਲੱਗ ਗਿਆ ਕਿ ਹੋਰ ਕੋਈ ਨਹੀਂ ਬਚਿਆ ਇਹਦਾ ਕੋਈ ਕੰਪੀਟੀਟਰ, ਤੇ ਹੁਣ ਔਰੰਗਜ਼ੇਬ ਹੀ ਰਾਜਾ ਬਣੇਗਾ। ਤੇ ਔਰੰਗਜ਼ੇਬ ਨੇ ਫਿਰ ਆਪਣੇ ਭਰਾ ਦਾਰਾ ਸ਼ਿਕੋ ਦਾ ਨਾ ਸਿਰ ਕਟਵਾ ਦਿੱਤਾ ਸੀਗਾ, ਉਹਨੂੰ ਕਤਲ ਕਰਵਾ ਦਿੱਤਾ ਸੀਗਾ, ਸਿਰ ਧੜ ਨਾਲੋਂ ਅਲੱਗ ਕਰ ਦਿੱਤਾ ਸੀਗਾ। ਤੇ ਇਹ ਗੱਲ ਆ ਜੀ, ਦਰਬਾਰ ਦੇ ਵਿੱਚ ਏਦਾਂ ਪੂਰਾ ਨਾ ਸਾਰਿਆਂ ਸਾਹਮਣੇ ਅਮੁੱਲਾ ਕਾਜ਼ੀਆਂ ਦੇ ਕਹਿਣ ਤੇ ਔਰੰਗਜ਼ੇਬ ਜਿੱਤ ਗਿਆ। ਪਰ ਮੇਨ ਗੱਲ ਕੀ ਆ, ਇਹ ਤੋਂ ਤੋਪਖਾਨੇ ਵਧੀਆ ਸੀ, ਇਹਦੀ ਰਣਨੀਤੀ ਵੀ ਵਧੀਆ ਸੀ। ਹੁਣ ਤੁਸੀਂ ਵੀ ਇਹ ਗੱਲਾਂ ਸਿੱਖਣੀਆਂ ਆ ਕਿ ਸਿਰਫ ਚੰਗੇ ਬਣਨ ਨਾਲ ਗੱਲ ਨਹੀਂ ਬਣਨੀ, ਆਪਣੇ ਅਸਤਰ ਸ਼ਸਤਰ ਵੀ ਵਧੀਆ ਰੱਖਣੇ ਆ। ਅੱਗੇ ਦੇਖੋ ਜੀ, ਅਸਤਰ ਸ਼ਸਤਰ ਦਾ ਮਤਲਬ ਆਪਣੀ ਸੋਚ, ਆਪਣੀ ਪਲੈਨਿੰਗ ਤੇ ਆਪਣੀ ਰਣਨੀਤੀ, ਇਹ ਸਭ ਵਧੀਆ ਰੱਖਣੀਆਂ ਹੁੰਦੀਆਂ। ਅੱਗੇ ਦੇਖੋ ਜੀ, ਹਾਊ ਡਿਡ ਦਾ ਮੁਗਲ ਐਂਪਰਰ ਜਹੰਦਰ ਸ਼ਾਹ's reign come to an early end। ਮੁਗਲ ਬਾਦਸ਼ਾਹ ਜਹੰਦਰ ਸ਼ਾਹ ਉਹ ਬਹੁਤਾ ਟਾਈਮ ਬਾਦਸ਼ਾਹ ਨਹੀਂ ਰਿਹਾ। ਕਿਉਂ, ਕੀ ਹੋ ਗਿਆ ਸੀ? ਆਂਸਰ ਆ ਜੀ, ਇਹ ਦੇਖੋ ਜੀ, he was deposed by his ਵਜ਼ੀਰ ਨਹੀਂ, he died due to a slip while climbing down the steps ਨਹੀਂ, he was defeated by his nephew in a battle, he died of sickness due to drinking ਨਹੀਂ, ਉਹਨੂੰ ਉਹਦੇ ਭਤੀਜੇ ਨੇ ਹਰਾ ਦਿੱਤਾ ਸੀਗਾ ਬਾਕੀ ਵਜ਼ੀਰਾਂ ਨਾਲ ਮਿਲ ਕੇ ਨਾ। ਸੀ ਆਂਸਰ ਹੈ ਜੀ। ਜਹੰਦਰ ਸ਼ਾਹ ਨੂੰ ਸੈਯਦ ਬ੍ਰਦਰ ਦੀ ਮਦਦ ਨਾਲ, ਸੈਯਦ ਬ੍ਰਦਰ ਦਰਬਾਰ ਵਿੱਚ ਸੈਯਦ ਬ੍ਰਦਰ ਸੀਗੇ, ਭਰਾ ਸੀ ਇਹ, ਇਹਨਾਂ ਦਾ ਬੜਾ ਦਬਦਬਾ ਸੀ। ਇਹਦੀ ਮਦਦ ਨਾਲ ਜਹੰਦਰ ਸ਼ਾਹ ਨੂੰ ਉਸਦੇ ਹੀ ਭਤੀਜੇ ਫਾਰੂਖਸ਼ਿਆਰ ਨੇ ਹਰਾ ਦਿੱਤਾ ਸੀ, ਫਾਰੂਖਸ਼ਿਆਰ ਨੇ ਹਰਾ ਦਿੱਤਾ ਸੀ। ਇਹ ਗੱਲ ਹੋ ਗਈ ਜੀ। ਅੱਜ ਲਈ ਇੰਨਾ ਹੀ ਰੱਖਦੇ ਹਾਂ, ਬਾਕੀ ਨੈਕਸਟ ਕਲਾਸ 'ਚ ਕਰਾਂਗੇ ਜੀ। ਸ਼ੁਕਰੀਆ, ਸਤਿ ਸ਼੍ਰੀ ਅਕਾਲ।